ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਾਡੀ ਖਾਸ ਪੇਸ਼ਕਸ਼ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮੌਕੇ ਅੱਜ ਉਹਨਾਂ ਵੱਲੋਂ ਕੀਤੇ ਗਏ ਹਰ ਵੱਡੇ ਉਪਰਾਲੇ ਦਾ ਜ਼ਿਕਰ ਕਰਾਂਗੇ। ਦੇਸ਼ ਨੂੰ ਹਰ ਪੱਖੋਂ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਦਿਨ ਰਾਤ ਕੰਮ ਕਰ ਰਹੇ ਨੇ ਤੇ ਇਹਨਾਂ ਕੰਮਾਂ ਨੂੰ ਦੇਖਦਿਆਂ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਮੋਦੀ ਹੈ ਤਾਂ ਮੁਮਕਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 8 ਸਾਲ ਪੂਰੇ ਹੋ ਚੁੱਕੇ ਨੇ। ਇਹਨਾਂ 8 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਅਜਿਹੇ ਸ਼ਾਨਦਾਰ ਕੰਮ ਕੀਤੇ ਗਏ ਜਿਨ੍ਹਾਂ ਨੂੰ ਦੇਖਦਿਆਂ ਹੀ ਕਿਹਾ ਜਾਂਦਾ ਹੈ ਕਿ ਮੋਦੀ ਹੈ ਤਾਂ ਮੁਮਕਿਨ ਹੈ। ਸਬਕਾ ਸਾਥ ਸਬਕਾ ਵਿਕਾਸ ਦੇ ਫਲਸਫੇ ਤੇ ਚੱਲਦਿਆਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਹਿੱਤ 'ਚ ਕਈ ਵੱਡੇ ਫੈਸਲੇ ਲਏ ਗਏ। ਫਿਰ ਭਾਵੇਂ ਗੱਲ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਨੋਟਬੰਦੀ ਦੀ ਹੋਵੇ, ਦੇਸ਼ ਦੀ ਸਰਹੱਦੀ ਸੁਰੱਖਿਆ ਲਈ ਸਰਜੀਕਲ ਸਟ੍ਰਾਈਕ ਦੀ ਹੋਵੇ ਜਾਂ ਫਿਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਮੇਕ ਇਨ ਇੰਡੀਆ ਹੋਵੇ, ਹਰ ਪੱਖੋਂ ਦੇਸ਼ ਕਲਿਆਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਪਰਾਲੇ ਜਾਰੀ ਨੇ। ਇਹ ਸਭ ਤੋਂ ਇਲਾਵਾ ਆਮ ਆਦਮੀ ਦੇ ਕਲਿਆਣ ਲਈ ਹੁਣ ਤੱਕ ਕਈ ਸਕੀਮਾਂ ਚਲਾਈਆਂ ਗਈਆਂ ਨੇ, ਜਿਵੇਂ ਜਨ ਧਨ ਯੋਜਨਾ। ਇਸ ਦੀ ਸ਼ੁਰੂਆਤ 28 ਅਗਸਤ 2014 ਨੂੰ ਕੀਤੀ ਗਈ, ਜਿਸ ਦੇ ਚੱਲਦਿਆਂ ਦੇਸ਼ ਦੇ ਹਰ ਨਾਗਰਿਕ ਦਾ ਜ਼ੀਰੋ ਬੈਲੈਂਸ ਤੇ ਬੈਂਕ ਖਾਤਾ ਖੁੱਲਿਆ ਗਿਆ। PM ਮੁਦਰਾ ਯੋਜਨਾ ਆਤਮ ਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ 8 ਅਪ੍ਰੈਲ 2015 ਨੂੰ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ। ਦੇਸ਼ 'ਚ ਲਘੂ ਉਦਯੋਗ ਨੂੰ ਉਤਸ਼ਾਹ ਦੇਣ ਲਈ 10 ਲੱਖ ਤੱਕ ਦੇ ਲੋਨ ਦਿੱਤੇ ਜਾਂਦੇ ਨੇ। PM ਆਵਾਸ ਯੋਜਨਾ ਦੇਸ਼ ਦੇ ਹਰ ਗਰੀਬ ਪਰਿਵਾਰ ਨੂੰ ਪੱਕੇ ਮਕਾਨ ਦੇਣ ਲਈ 25 ਜੂਨ 2015 ਨੂੰ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਚੱਲਦਿਆਂ ਹੋਮ ਲੋਨ ਤੇ ਸਬਸਿਡੀ ਦਿੱਤੀ ਜਾਂਦੀ ਹੈ। ਉਜਵਲ ਯੋਜਨਾ ਇਸ ਯੋਜਨਾ ਦੇ ਤਹਿਤ ਮਹਿਲਾਵਾਂ ਦੇ ਕਲਿਆਣ ਨੂੰ ਮੁੱਖ ਰੱਖਦਿਆਂ ਗਰੀਬ ਪਰਿਵਾਰਾਂ ਨੂੰ ਰਸੋਈ ਗੈਸ ਕਨੈਕਸ਼ਨ ਦਿੱਤੇ ਜਾ ਰਹੇ ਨੇ। ਆਯੁਸ਼ਮਾਨ ਭਾਰਤ ਸਕੀਮ 1 ਅਪ੍ਰੈਲ 2018 ਨੂੰ ਸ਼ੁਰੂ ਕੀਤੀ ਗਈ ਇਸ ਸਕੀਮ ਦਾ ਮਕਸਦ ਤੰਦਰੁਸਤ ਭਾਰਤ ਬਣਾਉਣਾ ਹੈ। ਇਹ ਹਰ ਭਾਰਤੀ ਲਈ ਇੱਕ ਬੀਮਾ ਸਕੀਮ ਹੈ, ਜਿਸ 'ਚ ਗੰਭੀਰ ਬਿਮਾਰੀਆਂ ਦੇ ਇਲਾਜ ਲਈ 5 ਲੱਖ ਤੱਕ ਦਾ ਬੀਮਾ ਕੀਤਾ ਜਾਂਦਾ ਹੈ। ਕਿਸਾਨ ਸਨਮਾਨ ਨਿਧੀ ਯੋਜਨਾ ਛੋਟੇ ਕਿਸਾਨਾਂ ਨੂੰ ਰਾਹਤ ਦਿੰਦਿਆਂ 24 ਫਰਵਰੀ 2019 ਨੂੰ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ, ਜਿਸ 'ਚ ਕਿਸਾਨ ਪਰਿਵਾਰਾਂ ਨੂੰ ਹਰ ਸਾਲ 3 ਕਿਸ਼ਤਾਂ 'ਚ 6000 ਰੁਪਏ ਦਿੱਤੇ ਜਾਂਦੇ ਨੇ। PM ਗਰੀਬ ਕਲਿਆਣ ਯੋਜਨਾ ਰਾਹੀਂ ਕਰੋਨਾ ਕਾਲ 'ਚ ਗਰੀਬ ਪਰਿਵਾਰਾਂ ਦਾ ਸਹਾਰਾ ਬਣੀ ਮੋਦੀ ਸਰਕਾਰ। ਇਸ ਸਕੀਮ ਤਹਿਤ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ 5 ਕਿਲੋ ਰਾਸ਼ਨ ਦਿੱਤਾ ਜਾਂਦਾ ਹੈ, ਜਿਸ ਦਾ ਕਿ ਹੁਣ ਤੱਕ ਦੇਸ਼ ਦੇ 80 ਕਰੋੜ ਲੋਕ ਲਾਭ ਲੈ ਚੁੱਕੇ ਨੇ। ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਰੇੜੀ ਫੜੀ ਵਾਲਿਆਂ ਲਈ ਖਾਸ ਉਪਰਾਲਾ ਕਰਦਿਆਂ 1 ਅਪ੍ਰੈਲ 2020 ਨੂੰ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਤਹਿਤ ਕੰਮ ਵਧਾਉਣ ਲਈ ਸਸਤੇ ਕਰਜ਼ੇ ਦਿੱਤੇ ਜਾ ਰਹੇ ਨੇ। ਇਹਨਾਂ ਸਾਰੀਆਂ ਯੋਜਨਾਵਾਂ ਦੇ ਚੱਲਦਿਆਂ ਦੇਸ਼ 'ਚ ਲਗਾਤਾਰ ਵਧ ਰਹੀ ਆਬਾਦੀ ਨੂੰ ਬਿਹਤਰ ਜੀਵਨ ਮਿਲ ਰਿਹਾ ਹੈ ਤੇ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਇਹਨਾਂ ਸਾਰੇ ਉਪਰਾਲਿਆਂ ਨੂੰ ਦੇਖਦਿਆਂ ਮੂੰਹੋਂ ਇੱਕ ਹੀ ਗੱਲ ਨਿਕਲਦੀ ਹੈ, ਮੋਦੀ ਹੈ ਤਾਂ ਮੁਮਕਿਨ ਹੈ। ਬਿਊਰੋ ਰਿਪੋਰਟ, ਨਿਊਜ਼ 18। ਪ੍ਰਧਾਨ ਮੰਤਰੀ ਮੋਦੀ ਦੀ ਸਖਤ ਮਿਹਨਤ ਦੇ ਚੱਲਦਿਆਂ ਦੇਸ਼ 5th ਲਾਰਜੈਸਟ ਇਕਨੋਮੀ ਦੇ ਰੂਪ 'ਚ ਉੱਭਰਿਆ ਹੈ। ਪਿਛਲੇ 10 ਸਾਲਾਂ 'ਚ ਭਾਰਤ 10ਵੇਂ ਤੋਂ 5ਵੇਂ ਨੰਬਰ ਤੇ ਆਇਆ। ਇੱਥੇ ਸਭ ਪਿੱਛੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਏ ਵੱਡੇ ਫੈਸਲਿਆਂ ਨੇ ਅਹਿਮ ਭੂਮਿਕਾ ਨਿਭਾਈ। सौ ਸਾਲਾਂ ਦੀ ਲੰਮੀ ਗੁਲਾਮੀ ਤੋਂ ਬਾਅਦ ਦੇਸ਼ ਲਈ ਸਭ ਤੋਂ ਵੱਡੀ ਚੁਣੌਤੀ ਸੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਾ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਵੱਲ ਧਿਆਨ ਤਾਂ ਦਿੱਤਾ ਗਿਆ, ਪਰ ਦੇਸ਼ ਦੀ ਅਰਥ ਵਿਵਸਥਾ ਸਿਰਫ 10ਵੇਂ ਨੰਬਰ ਤੱਕ ਹੀ ਪਹੁੰਚ ਪਾਈ। ਪਰ ਲੰਘੇ 10 ਸਾਲਾਂ ਦੇ ਸਫ਼ਰ 'ਚ ਦੇਸ਼ ਦੀ ਇਕਨੋਮੀ 10ਵੇਂ ਨੰਬਰ ਤੋਂ 5ਵੇਂ ਨੰਬਰ ਤੇ ਪਹੁੰਚ ਗਈ ਤੇ ਉਹਨਾਂ 10 ਸਾਲਾਂ 'ਚੋਂ 8 ਸਾਲ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਦੇਸ਼ ਨੇ ਲਗਾਤਾਰ ਆਰਥਿਕ ਤੌਰ ਤੇ ਤਰੱਕੀ ਕੀਤੀ ਅਤੇ ਨਿਰੰਤਰ ਕਰ ਵੀ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਹਿੱਤ 'ਚ ਲਏ ਗਏ ਵੱਡੇ ਫੈਸਲਿਆਂ ਕਾਰਨ ਹੀ ਵਿਸ਼ਵ ਦੇ ਨਕਸ਼ੇ ਤੇ ਭਾਰਤ 5ਵੀਂ ਲਾਰਜੈਸਟ ਇਕਨੋਮੀ ਦੇ ਰੂਪ 'ਚ ਉੱਭਰਿਆ, ਕਿਉਂਕਿ ਭਾਰਤ ਇੰਗਲੈਂਡ ਨੂੰ ਪਛਾੜਦਿਆਂ 5ਵੇਂ ਨੰਬਰ ਤੇ ਪਹੁੰਚ ਚੁੱਕਿਆ। ਇਸ ਲਈ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਸਪੈਸ਼ਲ 5 ਦੱਸਿਆ। अब देश रुकना नहीं चाहता है। अब देखिए, 2 दिन पहले 250 साल तक जो हम पर राज करके गए थे, 250 साल तक
उनको पीछे छोड़ करके हम दुनिया की इकोनॉमी में आगे निकल गए। छह नंबर से 5 नंबर पर आने का जो आनंद होता है, उससे ज्यादा आनंद इसमें हुआ। क्यों? 6 से 5 होते तो होता थोड़ा आनंद, लेकिन ये 5 स्पेशल है क्योंकि हमने उनको पीछे छोड़ा है। हमारे दिमाग में वो भाव बढ़ा है, वो तिरंगे वाला 15 अगस्त का। 15 अगस्त के तिरंगे का जो आंदोलन था, उसके प्रकाश में ये 5वां नंबर आया है, और इसलिए उसके अंदर वो जिद भर गई है कि देखा मेरा तिरंगा और फहरा रहा है। ये मिजाज बहुत आवश्यक है। और इसलिए 1930 से 1942 तक का देश का जो मूड था, देश के लिए जीने का, देश के लिए जूझने का, और जरूरत पड़ी तो देश के लिए मरने का, आज वो मिजाज चाहिए। मैं मेरे देश को पीछे नहीं रहने दूंगा। हजारों साल की गुलामी से बाहर निकले हैं, अब मौका है, हम रुकेंगे नहीं। ਇਹ ਸਭ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਏ ਗਏ 10 ਵੱਡੇ ਫੈਸਲਿਆਂ ਨਾਲ ਹੀ ਸੰਭਵ ਹੋ ਸਕਿਆ। ਆਓ ਇੱਕ ਨਜ਼ਰ ਮਾਰਦੇ ਹਾਂ ਉਹਨਾਂ 10 ਅਹਿਮ ਫੈਸਲਿਆਂ ਤੇ ਜਿਨ੍ਹਾਂ ਨੇ ਭਾਰਤੀ ਅਰਥ ਵਿਵਸਥਾ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਹੈ। ਸਭ ਤੋਂ ਪਹਿਲੀ ਹੈ ਪ੍ਰਧਾਨ ਮੰਤਰੀ ਜਨ ਧਨ ਯੋਜਨਾ। ਇਸ ਯੋਜਨਾ ਦੇ ਚੱਲਦਿਆਂ ਦੇਸ਼ ਦੇ ਹਰੇਕ ਨਾਗਰਿਕ ਦੇ ਜ਼ੀਰੋ ਬੈਲੈਂਸ ਖਾਤੇ ਖੋਲ੍ਹੇ ਗਏ। ਯੋਜਨਾ ਦਾ ਮੁੱਖ ਮਕਸਦ ਆਸਾਨ ਤਰੀਕੇ ਨਾਲ ਲੋਕਾਂ ਨੂੰ ਵਿੱਤੀ ਸੇਵਾਵਾਂ ਦੇਣਾ ਸੀ। ਪ੍ਰਧਾਨ ਮੰਤਰੀ ਉਜਵਲਾ ਯੋਜਨਾ। ਇਸ ਯੋਜਨਾ ਤਹਿਤ BPL ਪਰਿਵਾਰਾਂ ਨੂੰ ਰਸੋਈ ਗੈਸ ਕਨੈਕਸ਼ਨ ਵੰਡੇ ਗਏ। ਪ੍ਰਧਾਨ ਮੰਤਰੀ ਮੁਦਰਾ ਲੋਨ ਯੋਜਨਾ, ਜਿਸ ਦੇ ਤਹਿਤ ਛੋਟੇ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਲਈ ਵਾਜਿਬ ਦਰਾਂ ਤੇ ਲੋਨ ਦਿੱਤੇ ਜਾਂਦੇ ਨੇ। ਇੱਕ ਦੇਸ਼ ਇੱਕ ਟੈਕਸ ਯਾਨੀ ਕਿ GST 1 ਜੁਲਾਈ 2017 ਨੂੰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇੱਕ ਰਾਸ਼ਟਰ ਇੱਕ ਕਰ ਨਿਯਮ ਤਹਿਤ GST ਲਾਗੂ ਕੀਤੀ ਗਈ, ਜਿਸ ਰਾਹੀਂ ਗ੍ਰਾਹਕਾਂ ਤੇ ਵਪਾਰੀਆਂ ਨੂੰ ਵੱਖ-ਵੱਖ ਟੈਕਸਾਂ ਤੋਂ ਛੁਟਕਾਰਾ ਦਿਵਾਇਆ ਗਿਆ। ਡਿਜੀਟਲ ਟ੍ਰਾਂਜੈਕਸ਼ਨ 2016 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਪੈਸਿਆਂ ਦੇ ਲੈਣ ਦੇਣ ਦਾ ਨਵਾਂ ਸਥਾਨ ਮੁਹੱਈਆ ਕਰਵਾਇਆ, ਜਿਸ ਦੇ ਚੱਲਦਿਆਂ ਹੁਣ ਅਸੀਂ UPI ID ਨਾਲ ਪੈਸਿਆਂ ਦਾ ਭੁਗਤਾਨ ਕਰਦੇ ਹਾਂ। ਸਟਾਰਟਅਪ ਕ੍ਰਾਂਤੀ ਦੇਸ਼ ਦੇ ਇਨੋਵੇਸ਼ਨ ਅਤੇ ਸਟਾਰਟਅਪ ਨੂੰ ਪ੍ਰਫੁੱਲਿਤ ਕਰਨ ਲਈ ਇੱਕ ਮਜ਼ਬੂਤ ਪਰਿਸਥਿਤੀ ਬਣਾਉਣ ਦੇ ਇਰਾਦੇ ਨਾਲ 16 ਜਨਵਰੀ 2016 ਨੂੰ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਭਾਰਤੀ ਰੇਲ ਯਾਤਰੀ ਯਾਤਰਾ ਬੀਮਾ ਯੋਜਨਾ। ਇਸ ਸਕੀਮ ਤਹਿਤ 1 ਰੁਪਏ ਤੋਂ ਘੱਟ ਦਾ ਭੁਗਤਾਨ ਕਰਦਿਆਂ ਹੀ ਟਿਕਟ ਬੁੱਕ ਕਰਦੇ ਸਮੇਂ ਯਾਤਰੀ ਨੂੰ 10 ਲੱਖ ਰੁਪਏ ਤੱਕ ਦੇ ਬੀਮੇ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਰੀਅਲ ਅਸਟੇਟ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਐਕਟ ਖਰੀਦਦਾਰਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਅਤੇ ਭਾਰਤ ਦੇ ਰੀਅਲ ਅਸਟੇਟ ਖੇਤਰ 'ਚ ਪਾਰਦਰਸ਼ਤਾ ਲਿਆਉਣ ਲਈ ਰੀਅਲ ਅਸਟੇਟ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਐਕਟ ਲਿਆਂਦਾ ਗਿਆ। ਉਡਾਨ ਯੋਜਨਾ। ਉੱਡੇ ਦੇਸ਼ ਦਾ ਹਰ ਨਾਗਰਿਕ। ਇਸ ਦੇ ਉਦੇਸ਼ ਨੂੰ ਪੂਰਾ ਕਰਨ ਲਈ 1 ਘੰਟੇ ਦੀਆਂ ਉਡਾਨਾਂ ਨੂੰ ਮਨਜ਼ੂਰੀ ਦਿੱਤੀ ਗਈ। ਇਸ ਯੋਜਨਾ ਤਹਿਤ 27 ਅਪ੍ਰੈਲ 2017 ਨੂੰ ਪ੍ਰਧਾਨ ਮੰਤਰੀ ਵੱਲੋਂ ਪਹਿਲੀ ਉਡਾਨ ਨੂੰ ਹਰੀ ਝੰਡੀ ਦਿੱਤੀ ਗਈ। ਤੇ ਆਖਰੀ ਸੀ ਨੋਟਬੰਦੀ। ਦੇਸ਼ 'ਚੋਂ ਕਾਲਾ ਧਨ ਖਤਮ ਕਰਨ ਲਈ 8 ਨਵੰਬਰ 2018 ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਤਿਹਾਸਕ ਫੈਸਲਾ ਲੈਂਦਿਆਂ 500 ਅਤੇ 1000 ਰੁਪਏ ਦੇ ਨੋਟਾਂ ਤੇ ਪਾਬੰਦੀ ਲਗਾਈ ਗਈ ਅਤੇ ਨਵੀਂ ਕਰੰਸੀ ਜਾਰੀ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਗਏ ਇਹਨਾਂ ਫੈਸਲਿਆਂ ਦੇ ਚੱਲਦਿਆਂ ਹੀ ਅੱਜ ਭਾਰਤ ਨੂੰ 5th ਲਾਰਜੈਸਟ ਇਕਨੋਮੀ ਹੋਣ ਦਾ ਮਾਣ ਹਾਸਲ ਹੋਇਆ। ਉਮੀਦ ਹੈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਰਤ ਜਲਦ ਦੁਨੀਆ ਦੇ ਦੇਸ਼ਾਂ 'ਚੋਂ ਫਸਟ ਲਾਰਜੈਸਟ ਇਕਨੋਮੀ ਬਣੇਗਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਅੱਤਵਾਦ ਦੇ ਖਾਤਮੇ ਨੂੰ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਲਏ ਗਏ ਸਰਜੀਕਲ ਸਟ੍ਰਾਈਕ ਦੇ ਫੈਸਲੇ ਨੇ ਨਾ ਸਿਰਫ ਪਾਕਿਸਤਾਨ ਬਲਕਿ ਪੂਰੇ ਵਿਸ਼ਵ ਨੂੰ ਦੱਸ ਦਿੱਤਾ ਕਿ ਭਾਰਤ ਦੁਸ਼ਮਣ ਦਾ ਜਵਾਬ ਉਸੇ ਦੀ ਭਾਸ਼ਾ 'ਚ ਚੰਗੀ ਤਰ੍ਹਾਂ ਦੇਣਾ ਜਾਣਦਾ ਹੈ। अट्ठाईस ਸਤੰਬਰ 2016 ਦੀ ਇਤਿਹਾਸਿਕ ਰਾਤ ਜਦੋਂ ਸਾਰਾ ਦੇਸ਼ ਚੈਨ ਦੀ ਨੀਂਦ ਸੌਂ ਰਿਹਾ ਸੀ, ਉਸ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੇਸ਼ ਦੀ ਸੈਨਾ ਭਾਰਤ ਦੇ ਨਵੇਂ ਰੂਪ ਦੀ ਰਣਨੀਤੀ ਘੜ ਰਹੇ ਸਨ। ਫੌਜ ਪੂਰੇ ਐਕਸ਼ਨ ਮੋਡ 'ਚ ਸੀ ਤਾਂ ਪ੍ਰਧਾਨ ਮੰਤਰੀ ਦਫ਼ਤਰ 'ਚ ਵੀ ਗਰਮਾ ਗਰਮੀ ਦਾ ਮਾਹੌਲ ਸੀ।
18 ਸਤੰਬਰ 2016 ਨੂੰ ਜੰਮੂ ਕਸ਼ਮੀਰ ਦੇ ਉਰੀ ਸੈਕਟਰ 'ਚ ਹੋਏ ਹਮਲੇ ਦੇ ਬਦਲੇ 'ਚ ਭਾਰਤੀ ਫੌਜ ਪਾਕਿਸਤਾਨੀ ਸਰਹੱਦ 'ਚ ਦਾਖਲ ਹੋਈ ਤੇ ਬਿਨਾਂ ਕਿਸੇ ਨੂੰ ਭਿਣਕ ਲੱਗਿਆਂ ਬੜੀ ਹੀ ਦਲੇਰੀ ਨਾਲ ਅੱਤਵਾਦੀ ਠਿਕਾਣਿਆਂ ਦਾ ਖਾਤਮਾ ਕਰ ਵਾਪਸ ਆ ਗਈ। ਤੇ ਅਗਲੇ ਦਿਨ 29 ਸਤੰਬਰ ਨੂੰ ਪੂਰੀ ਦੁਨੀਆ ਨੂੰ ਭਾਰਤ ਦੀ ਤਾਕਤ ਦਾ ਅੰਦਾਜ਼ਾ ਲੱਗਿਆ। ਭਾਰਤੀ ਫੌਜ ਦੇ ਇਸ ਇਤਿਹਾਸਿਕ ਆਪਰੇਸ਼ਨ ਨੂੰ ਸਰਜੀਕਲ ਸਟ੍ਰਾਈਕ ਦਾ ਨਾਮ ਦਿੱਤਾ ਗਿਆ। 28 ਸਤੰਬਰ 2016 ਨੂੰ ਹੋਈ ਸਟ੍ਰਾਈਕ। 150 ਕਮਾਂਡੋ ਸਰਹੱਦ ਰਾਹੀਂ ਪਾਕਿਸਤਾਨ ਦਾਖਲ। MI-17 ਹੈਲੀਕਾਪਟਰ ਰਾਹੀਂ ਪਾਰ ਕੀਤੀ LOC। 6 ਅੱਤਵਾਦੀ ਠਿਕਾਣੇ ਕੀਤੇ ਤਬਾਹ। 46 ਅੱਤਵਾਦੀ ਕੀਤੇ ਢੇਰ। ਖਾਸ ਹਥਿਆਰਾਂ ਦੀ ਕੀਤੀ ਗਈ ਵਰਤੋਂ। ਭਾਰਤੀ ਫੌਜ ਦਾ ਇੱਕ ਵੀ ਕਮਾਂਡੋ ਨਹੀਂ ਹੋਇਆ ਜ਼ਖਮੀ। ਇਸ ਸਟ੍ਰਾਈਕ 'ਚ ਜਿੱਥੇ ਦੇਸ਼ ਦੀ ਫੌਜ ਦੀ ਬਹਾਦਰੀ ਦੇਖਣ ਨੂੰ ਮਿਲੀ ਤਾਂ ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਿਆ ਗਿਆ ਇਹ ਵੱਡਾ ਫੈਸਲਾ ਵੀ ਕਾਬਿਲੇ ਤਾਰੀਫ ਸੀ। ਲੰਡਨ 'ਚ ਇੱਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਸਰਜੀਕਲ ਸਟ੍ਰਾਈਕ ਤੋਂ ਬਾਅਦ ਦੇਸ਼ ਦੀ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਇਸ ਬਾਰੇ ਪਾਕਿਸਤਾਨ ਨੂੰ ਦੱਸਿਆ ਗਿਆ। ਅਸੀਂ ਉਹਨਾਂ ਦੀ ਸੈਨਾ ਨੂੰ ਫੋਨ ਕਰਕੇ ਕਿਹਾ ਕਿ ਜੇਕਰ ਸਮਾਂ ਮਿਲਿਆ ਤਾਂ ਲਾਸ਼ਾਂ ਚੁੱਕ ਲੈਣਾ। हमारे जवानों को टेंट में सोए हुए थे रात को। आप में से कोई चाहेगा मैं चुप रहूं? क्या उनको ईंट का जवाब पत्थर से देना चाहिए कि नहीं देना चाहिए? और इसलिए सर्जिकल स्ट्राइक किया। इस स्ट्राइक की एक खासियत यह भी सी कि इस 'ਚ देश का एक भी जवान शहीद नहीं होया। 27-28 ਸਤੰਬਰ 2016 ਦੀ ਉਹ ਰਾਤ ਜਿਸ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ। ਭਾਰਤ ਵੱਲੋਂ ਸਰਜੀਕਲ ਸਟ੍ਰਾਈਕ ਕੀਤੀ ਗਈ ਔਰ ਬਦਲਾ ਉਰੀ ਦੇ ਉੱਤੇ ਜਿਸ ਤਰੀਕੇ ਦੇ ਨਾਲ ਅੱਤਵਾਦੀਆਂ ਨੇ ਭਾਰਤੀ ਫੌਜ ਦੇ ਉੱਤੇ ਅਟੈਕ ਕੀਤਾ ਸੀਗਾ ਉਸ ਦਾ ਬਦਲਾ ਵੀ ਲੈ ਲਿੱਤਾ ਗਿਆ। ਗੱਲਬਾਤ ਕਰ ਲੈਂਦੇ ਆ ਸਰ, ਕਿੰਨਾ ਵੱਡਾ ਚੈਲੰਜ ਤੁਹਾਡੇ ਸਾਹਮਣੇ? देखिए, चैलेंज तो बहुत ही बड़ा था क्योंकि जैसा आपने बताया कि दुश्मन के इलाके में जाना है। लाइन ऑफ कंट्रोल पर जिस तरह की डिप्लॉयमेंट है दोनों तरफ, बहुत ही हैवी डिप्लॉयमेंट है, तो हमें जो जाना था पाकिस्तान की जो फॉरवर्ड डिफेंसेस हैं, आगे की डिफेंसेस, उनको पार करके टेररिस्ट कैंप में जाना, वहाँ स्ट्राइक करना और फिर वापस आना। और वापस आते टाइम पाकिस्तानी सोल्जर्स को पता चल गया था कि हमारे पीछे कुछ हुआ है। ऑफिसर्स और जवान जो गए थे पाकिस्तान टेरिटरी में और जिस तरह से उन्होंने ऑपरेशन किया और वापस आए, मतलब वो हैं असली हीरोज इस ऑपरेशन। देश की आजादी तो बाद ही पाकिस्तान भारत ते अतवादी हमले करता आ रहा है, पर प्रधानमंत्री मोदी ही सन जिन्हां ने अतवादियों खिलाफ एक वड्डा फैसला लैंदियां इस सर्जिकल स्ट्राइक नूं सफल बनाया। ब्यूरो रिपोर्ट, न्यूज़ 18। ਪ੍ਰਾਚੀਨ ਮੰਦਰਾਂ ਪ੍ਰਤੀ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਨੇ ਦੇਸ਼ ਦੇ ਅਧਿਆਤਮਕ ਸਵੈਮਾਨ ਨੂੰ ਬਹੁਤ ਨੁਕਸਾਨ ਪਹੁੰਚਾਇਆ, ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਦੇਸ਼ 'ਚ ਧਾਰਮਿਕ ਤੇ ਅਧਿਆਤਮਕ ਪੁਨਰ ਜਾਗਰਣ ਦੀ ਇੱਕ ਨਵੀਂ ਲਹਿਰ ਪੈਦਾ ਕੀਤੀ। ਉਹ ਦੇਸ਼ ਦੀ ਧਾਰਮਿਕ ਤੇ ਅਧਿਆਤਮਕ ਪਛਾਣ ਨੂੰ ਮਜ਼ਬੂਤ ਕਰਨ ਦਾ ਕੋਈ ਮੌਕਾ नहीं छोड़ते। प्राचीन मंदिरों के प्रति पिछली सरकारों की उपेक्षा ने देश के आध्यात्मिक गौरव को बड़ी ठेस पहुंचाई। पिछले कुछ दशकों में मंदिरों के पतन में उन सरकारों का बड़ा योगदान रहा है, लेकिन प्रधानमंत्री बनने के बाद नरेंद्र मोदी ने देश में आध्यात्मिक और धार्मिक पुनर्जागरण की नई लहर पैदा कर दी है। वो कोई भी ऐसा मौका नहीं चूकते जिससे देश की धार्मिक और आध्यात्मिक पहचान पुख्ता हो सके। ਇਹ ਪ੍ਰਧਾਨ ਮੰਤਰੀ ਮੋਦੀ ਦਾ ਅਧਿਆਤਮਿਕ ਰੂਪ ਹੈ। ਇਹ ਦੇਸ਼ ਦੇ ਲੋਕਤੰਤਰਿਕ ਮੁਖੀ ਦੀ ਧਾਰਮਿਕ ਆਸਥਾ ਦਾ ਵਿਸਥਾਰ ਹੈ। ਜੁਲਾਈ ਮਹੀਨੇ 'ਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝਾਰਖੰਡ ਦੇ ਦੇਵਘਰ ਦੇ ਬਾਬਾ ਧਾਮ ਮੰਦਿਰ ਦੇ ਵਿੱਚ ਪਹੁੰਚੇ ਤਾਂ ਉਹਨਾਂ ਦੀ ਧਾਰਮਿਕ ਆਸਥਾ ਇੱਕ ਵਾਰ ਮੁੜ ਤੋਂ ਨਜ਼ਰ ਆਈ। ਮੰਤਰ ਉਚਾਰਨ ਦੇ ਨਾਲ ਉਹਨਾਂ ਨੇ ਬਾਬਾ ਭੋਲੇਨਾਥ ਦੀ ਪੂਜਾ ਅਰਚਨਾ ਕੀਤੀ।
ਸਭ ਤੋਂ ਪਹਿਲਾਂ ਉਹਨਾਂ ਨੇ ਪਵਿੱਤਰ ਗੰਗਾ ਜਲ ਦੇ ਨਾਲ ਆਚਮਨ ਕੀਤਾ। ਫਿਰ ਮੰਦਿਰ ਦੇ ਪੁਜਾਰੀ ਨੇ ਤ੍ਰਿਪੁੰਡ ਲਗਾ ਕੇ ਉਹਨਾਂ ਨੂੰ ਬਾਬਾ ਦਾ ਆਸ਼ੀਰਵਾਦ ਦਿੱਤਾ। ਇਸ ਤੋਂ ਬਾਅਦ ਦੁੱਧ, ਦਹੀਂ, ਫੁੱਲ, ਬੇਲ ਪੱਤਰ ਅਤੇ ਸ਼ਹਿਦ ਦੇ ਨਾਲ ਮਹਾਦੇਵ ਦਾ ਅਭਿਸ਼ੇਕ ਕੀਤਾ ਗਿਆ। भारत आस्था, अध्यात्म और तीर्थ स्थलों की धरती है। तीर्थ यात्राओं ने हमें बेहतर समाज और बेहतर राष्ट्र के रूप में गढ़ा है। हमें देवघर को ही देखे तो यहाँ शिव भी है और शक्ति भी है। ਇਹ ਪ੍ਰਧਾਨ ਮੰਤਰੀ ਮੋਦੀ ਦੀ ਬਾਬਾ ਦੇ ਪ੍ਰਤੀ ਆਸਥਾ ਹੈ। ਮੰਦਿਰ ਕੋਈ ਵੀ ਹੋਵੇ, ਪ੍ਰਧਾਨ ਮੰਤਰੀ ਮੋਦੀ ਸਭ ਤੋਂ ਪਹਿਲਾਂ ਭਗਵਾਨ ਦੇ ਦਰਸ਼ਨ ਕਰਨ ਪਹੁੰਚਦੇ ਨੇ। काशी विश्वनाथ ਪੀਐਮ ਮੋਦੀ ਨੇ 2021 ਦੇ ਦਸੰਬਰ ਮਹੀਨੇ ਦੇ ਵਿੱਚ ਬਾਬਾ ਵਿਸ਼ਵਨਾਥ ਦੇ ਦਰਸ਼ਨ ਕੀਤੇ ਸਨ। 13 ਦਸੰਬਰ 2021 ਨੂੰ ਪ੍ਰਧਾਨ ਮੰਤਰੀ ਮੋਦੀ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਕਰਨ ਕਾਸ਼ੀ ਪਹੁੰਚੇ ਸੀ। ਉਸ ਵੇਲੇ ਭਗਵਾਨ ਸ਼ੰਕਰ ਦਾ ਕਾਸ਼ੀ ਧਾਮ ਗਵਾਹ ਬਣਿਆ ਸੀ ਸ੍ਰਿਜਨ ਦਾ। ਭਗਵਾਨ ਸ਼ੰਕਰ ਦਾ ਇਹ ਧਾਮ ਸਾਖੀ ਬਣਿਆ ਸੀ ਨਿਰਮਾਣ ਦਾ। ਨਵੇਂ ਨਿਰਮਾਣ ਦਾ, ਨਵੀਂ ਚੇਤਨਾ ਦਾ, ਸਨਾਤਨ ਸੱਭਿਆਚਾਰ ਦੇ ਅਜਿਹੇ ਬਿੰਦੂ ਜਿੱਥੇ ਆ ਕੇ ਹਰ ਕੋਈ ਸਿਰ ਝੁਕਾਉਂਦਾ ਏ। ਗੰਗਾ ਪੁੱਤਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਕਾਸ਼ੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੋਦੀ ਨੇ ਭਗਵਾਨ ਭੋਲੇਨਾਥ ਦੇ ਧਾਮ ਦਾ ਮੁੜ ਰੁਦਰਾਰ ਕਰਕੇ ਕਾਸ਼ੀ ਦੇ ਪਿਆਰ ਅਤੇ ਅਨੁਰਾਗ ਦੇ ਰਿਣ ਨੂੰ ਚੁਕਾਇਆ ਏ। फिर मैं एक हृदय में जागा, नव सृजन फिर करने लागा। सत्य का फिर परचम लहराया, स्वर्ण युग को फिर वापस लाया, स्वर्ण युग को फिर वापस लाया। ਗੰਗਾ 'ਚ ਨਹਾ ਕੇ ਪ੍ਰਧਾਨ ਮੰਤਰੀ ਮੋਦੀ ਜਦੋਂ ਰਜਤ ਕਲਸ਼ ਦੇ ਵਿੱਚ ਮਾਂ ਗੰਗਾ ਤੋਂ ਅੰਮ੍ਰਿਤ ਲੈਂਦੇ ਨੇ, ਆਪਣੇ ਆਰਾਧੇ ਭਗਵਾਨ ਸ਼੍ਰੀ ਚੰਦਰਸ਼ੇਖਰ ਦੇ ਜਲਾਭਿਸ਼ੇਕ ਦੇ ਲਈ ਨਿਕਲੇ ਤਾਂ ਹਰ ਪਾਸੇ ਜੈ ਭੋਲੇਨਾਥ ਦੀ ਆਵਾਜ਼ ਸੁਣਾਈ ਦੇ ਰਹੀ ਸੀ। विश्वनाथ धाम अकल्पनीय, अनंत ऊर्जा से भरा हुआ है। उसका वैभव विस्तार ले रहा है। इसकी विशेषता आसमान छू रही है। यहां आसपास जो अनेक प्राचीन मंदिर लुप्त हो गए थे, उन्हें भी पुनः स्थापित किया जा चुका है। चाहे काशी हो या कोलकाता, केदारनाथ हो या काठमांडू, पीएम मोदी को जब भी मौका मिलता है वो भोलेनाथ का दर्शन करना नहीं भूलते। अपनी धार्मिक और आध्यात्मिक अभिव्यक्ति से परहेज नहीं करते। वो पूरे भक्ति से पूजा करते हैं, देश और समाज में धार्मिक संदेश देते हैं। ऐसा कर वो देश में धार्मिक और आध्यात्मिक पूर्ण जागरण लाने का काम कर रहे हैं। ਇਹੀ ਨਹੀਂ, ਪ੍ਰਧਾਨ ਮੰਤਰੀ ਮੋਦੀ ਕੇਦਾਰਨਾਥ ਧਾਮ ਜਾ ਕੇ ਵੀ ਬਾਬਾ ਕੇਦਾਰ ਦੇ ਦਰਸ਼ਨ ਕਰਦੇ ਨੇ ਅਤੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਨੇ। ਪ੍ਰਧਾਨ ਮੰਤਰੀ ਮੋਦੀ ਦਾ ਧਾਰਮਿਕ ਰੂਪ, ਇਹ ਹੈ ਪ੍ਰਧਾਨ ਮੰਤਰੀ ਮੋਦੀ ਦਾ ਸਾਧਕ ਰੂਪ। ਪ੍ਰਧਾਨ ਮੰਤਰੀ ਜਦੋਂ ਵੀ ਕੇਦਾਰਨਾਥ ਦੇ ਦਰਸ਼ਨ ਦੇ ਲਈ ਜਾਂਦੇ ਨੇ ਤਾਂ ਉੱਥੇ ਗੁਫਾ ਦੇ ਵਿੱਚ ਬੈਠ ਕੇ ਸਾਧਨਾ ਜ਼ਰੂਰ ਕਰਦੇ ਨੇ। ਇਹ ਉਹਨਾਂ ਦਾ ਅਧਿਆਤਮਿਕ ਜੀਵਨ ਦਾ ਰੂਪ ਹੈ ਤੇ ਵੱਖ-ਵੱਖ ਰੂਪ ਨੇ ਪ੍ਰਧਾਨ ਮੰਤਰੀ ਮੋਦੀ ਦੇ।
ਭਗਵਾਨ ਸ਼ੰਕਰ ਨੂੰ ਹਰ ਥਾਂ ਦੇ ਉੱਤੇ ਜਾ ਕੇ ਨਤਮਸਤਕ ਹੁੰਦੇ ਨੇ, ਚਾਹੇ ਬਦਰੀਨਾਥ ਹੋਵੇ, ਸੋਮਨਾਥ ਹੋਵੇ, ਕੋਲਕਾਤਾ ਦਾ ਦਕਸ਼ਿਣੇਸ਼ਵਰ ਕਾਲੀ ਮੰਦਿਰ ਹੋਵੇ ਜਾਂ ਕਾਠਮੰਡੂ ਦਾ ਪਸ਼ੂਪਤੀਨਾਥ ਮੰਦਿਰ। ਪ੍ਰਧਾਨ ਮੰਤਰੀ ਬਾਬਾ ਭੋਲੇਨਾਥ ਦੇ ਦਰਸ਼ਨ ਕਰਨਾ ਕਦੇ ਨਹੀਂ ਭੁੱਲਦੇ। ਅਜਿਹਾ ਕਰਕੇ ਨਾ ਸਿਰਫ ਆਪਣੀ ਅਧਿਆਤਮਿਕ ਅਤੇ ਧਾਰਮਿਕ ਤ੍ਰਿਪਤੀ ਕਰਦੇ ਨੇ, ਬਲਕਿ ਦੇਸ਼ ਅਤੇ ਸਮਾਜ ਨੂੰ ਵੀ ਧਰਮ ਨਾਲ ਜੁੜਨ ਦਾ ਸੰਦੇਸ਼ ਦਿੰਦੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। फिर करने लागा सत्य का फिर परचम लहराया, स्वर्ण युग को फिर वापस लाया, स्वर्ण युग को फिर वापस लाया। ਤੇ ਸਾਡੀ ਇਸ ਖਾਸ ਪੇਸ਼ਕਸ਼ 'ਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।